ਜਦੋਂ ਵੀ ਕਿਸੇ ਇਨਸਾਨ ਨਾਲ ਬੁਰਾ ਹੁੰਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਉਸ ਨੂੰ ਤਾਂ ਆਪਣੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ, ਅਤੇ ਜਦੋਂ ਕਿਸੇ ਨਾਲ ਚੰਗਾ ਹੁੰਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਉਸਨੇ ਪਿਛਲੇ ਜਨਮਾਂ ਵਿੱਚ ਚੰਗੇ ਕਰਮ ਕੀਤੇ ਹੋਣਗੇ, ਇਸੇ ਲਈ ਉਸ ਨਾਲ ਚੰਗਾ ਹੋ ਰਿਹਾ ਹੈ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਪਿਛਲੇ ਜਨਮਾਂ ਦੇ ਕਰਮ ਇਸ ਜਨਮ ਵਿੱਚ ਭੋਗਣੇ ਪੈਂਦੇ ਹਨ ਤਾਂ ਪ੍ਰਮਾਤਮਾ ਨੇ ਅਜਿਹੀ ਵਿਵਸਥਾ ਬਣਾਈ ਹੀ ਕਿਉਂ ਹੈ। ਆਖਰ ਨੂੰ ਇਨਸਾਨ ਜਿਹੜੇ ਕਰਮ ਇਸ ਜਨਮ ਵਿੱਚ ਕਰਦਾ ਹੈ ਉਸ ਦਾ ਫਲ ਉਸ ਨੂੰ ਇਸੇ ਜਨਮ ਵਿੱਚ ਕਿਉਂ ਨਹੀਂ ਮਿਲਦਾ, ਤਾਂ ਕਿ ਉਸ ਨੂੰ ਵੀ ਤਾਂ ਪਤਾ ਲੱਗੇ ਕਿ ਕਰਮਾਂ ਦਾ ਫਲ ਕਿਵੇਂ ਮਿਲਦਾ ਹੈ। ਹੁਣ ਪਿਛਲੇ ਜਨਮਾਂ ਨੂੰ ਤਾਂ ਕੋਈ ਯਾਦ ਨਹੀਂ ਰੱਖਦਾ। ਜੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਇਸ ਜਨਮ ਵਿੱਚ ਮਿਲਦਾ ਹੈ, ਫਿਰ ਆਦਮੀ ਨੂੰ ਫਲ ਦਾ ਅਹਿਸਾਸ ਕਿਵੇਂ ਹੋਵੇਗਾ ਕਿ ਸੱਚਮੁੱਚ ਜੋ ਵੀ ਸਾਡੇ ਨਾਲ ਅੱਜ ਹੋ ਰਿਹਾ ਹੈ ਉਹ ਪਿਛਲੇ ਜਨਮਾਂ ਦੇ ਕਰਮਾਂ ਦਾ ਨਤੀਜਾ ਹੈ, ਜਾਂ ਫਿਰ ਕਰਮਾਂ ਦਾ ਕੋਈ ਹੋਰ ਚੱਕਰ ਸਾਡਾ ਜੀਵਨ ਨਿਰਧਾਰਤ ਕਰਦਾ ਹੈ। ਜੇਕਰ ਤੁਸੀਂ ਇਹ ਗੱਲ ਸਮਝ ਲੈਂਦੇ ਹੋ ਤਾਂ ਤੁਹਾਡੇ ਮਨ ਦੀਆਂ ਕਰਮਾਂ ਦੇ ਬਾਰੇ ਵਿੱਚ ਬਣੀਆਂ ਸਾਰੀਆਂ ਧਾਰਨਾਵਾਂ ਟੁੱਟ ਜਾਣਗੀਆਂ, ਅਤੇ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਕਰਮਾਂ ਦਾ ਫਲ ਕਦੋਂ ਅਤੇ ਕਿਵੇਂ ਮਿਲਦਾ ਹੈ, ਅਤੇ ਕਰਮ ਕਿਸ ਪ੍ਰਕਾਰ ਕੰਮ ਕਰਦੇ ਹਨ। ਇੱਕ ਵਾਰ ਦੀ ਗੱਲ ਹੈ, ਇੱਕ ਵਾਰ ਗੌਤਮ ਬੁੱਧ ਤੋਂ ਉਸ ਦੇ ਚੇਲੇ ਨੇ ਪੁੱਛਿਆ ਕਿ ਹੇ ਬੁੱਧ, ਕਰਮ ਕੀ ਹਨ? ਥੋੜਾ ਵਿਸਥਾਰ ਵਿੱਚ ਸਾਨੂੰ ਇਸ ਦੇ ਬਾਰੇ ਦੱਸਣ ਦੀ ਕਿਰਪਾਲਤਾ ਕਰੋ। ਇਹ ਸੁਣ ਕੇ ਬੁੱਧ ਨੇ ਕਿਹਾ ਕਿ ਮੈਂ ਕਰਮਾਂ ਨੂੰ ਸਮਝਾਉਣ ਦੇ ਲਈ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਕਰਮਾਂ ਦੇ ਬਾਰੇ ਵਿੱਚ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਬੁੱਧ ਨੇ ਕਹਿਣਾ ਸ਼ੁਰੂ ਕੀਤਾ ਕਿ ਕਿਸੇ ਰਾਜ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਇੱਕ ਦਿਨ ਰਾਜੇ ਨੇ ਨਿਰਣਾ ਕੀਤਾ ਕਿ ਮੈਂ ਘੁੰਮਣ ਦੇ ਲਈ ਆਪਣੀ ਪ੍ਰਜਾ ਦੇ ਵਿੱਚ ਜਾਵਾਂਗਾ। ਉਹ ਆਪਣੇ ਮੰਤਰੀ ਨੂੰ ਨਾਲ ਲੈ ਕੇ ਆਪਣੇ ਰਾਜ ਦੇ ਬਾਜ਼ਾਰ ਵਿੱਚ ਘੁੰਮਣ ਦੇ ਲਈ ਆਪਣੇ ਰਥ ਤੇ ਸਵਾਰ ਹੋ ਕੇ ਚੱਲ ਪੈਂਦੇ ਹਨ। ਰਾਜਾ ਆਪਣੇ ਰਾਜ ਦੀ ਸੁੱਖ ਸ਼ਾਂਤੀ ਦੇਖ ਕੇ ਬਹੁਤ ਖੁਸ਼ ਹੁੰਦਾ ਹੈ। ਇਦਾਂ ਹੀ ਆਪਣੇ ਮੰਤਰੀ ਨਾਲ ਗੱਲਾਂ ਕਰਦੇ ਹੋਏ ਰਾਜੇ ਦੀ ਨਜ਼ਰ ਇੱਕ ਦੁਕਾਨਦਾਰ ਤੇ ਪੈਂਦੀ ਹੈ। ਉਸ ਨੂੰ ਗੌਰ ਨਾਲ ਦੇਖਣ ਤੋਂ ਬਾਅਦ ਰਾਜਾ ਆਪਣੇ ਮੰਤਰੀ ਨੂੰ ਕਹਿੰਦਾ ਹੈ ਕਿ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਅਚਾਨਕ ਇਹ ਖਿਆਲ ਆਇਆ ਹੈ ਕਿ ਮੈਂ ਇਸ ਦੁਕਾਨਦਾਰ ਨੂੰ ਫਾਂਸੀ ਦੀ ਸਜ਼ਾ ਸੁਣਾ ਦੇਵਾਂ। ਰਾਜਾ ਇਹ ਗੱਲ ਮੰਤਰੀ ਨੂੰ ਦੱਸਣ ਤੋਂ ਬਾਅਦ ਇਸ ਦੇ ਬਾਰੇ ਵਿੱਚ ਭੁੱਲ ਜਾਂਦਾ ਹੈ, ਅਤੇ ਉਹਨਾਂ ਦੇ ਵਿਚਕਾਰ ਦੂਸਰੀਆਂ ਗੱਲਾਂ ਤੇ ਚਰਚਾ ਹੋਣ ਲੱਗ ਗਈ। ਇਸ ਤਰ੍ਹਾਂ ਸਾਰਾ ਦਿਨ ਘੁੰਮਣ ਤੋਂ ਬਾਅਦ ਸ਼ਾਮ ਨੂੰ ਰਾਜਾ ਆਪਣੇ ਮਹਿਲ ਵਿੱਚ ਵਾਪਸ ਆ ਜਾਂਦਾ ਹੈ, ਪਰ ਮੰਤਰੀ ਦੇ ਮਨ ਵਿੱਚ ਹੁਣ ਵੀ ਰਾਜੇ ਦੇ ਉਹੀ ਬੋਲ ਘੁੰਮ ਰਹੇ ਸਨ। ਉਹ ਸੋਚ ਰਿਹਾ ਸੀ ਕਿ ਆਖਰ ਰਾਜੇ ਦੇ ਮਨ ਵਿੱਚ ਅਜਿਹਾ ਖਿਆਲ ਕਿਉਂ ਆਇਆ ਕਿ ਉਹ ਉਸ ਦੁਕਾਨਦਾਰ ਨੂੰ ਫਾਂਸੀ ਦੀ ਸਜ਼ਾ ਦੇ ਦੇਣ। ਬਿਨਾਂ ਕਿਸੇ ਗੱਲ ਤੋਂ ਕਿਸੇ ਦੇ ਮਨ ਵਿੱਚ ਅਜਿਹਾ ਖਿਆਲ ਕਿਵੇਂ ਆ ਸਕਦਾ ਹੈ? ਇਸ ਗੱਲ ਦੇ ਬਾਰੇ ਵਿੱਚ ਸੋਚਦੇ ਉਸ ਮੰਤਰੀ ਨੂੰ ਪੂਰੀ ਰਾਤ ਨੀਂਦ ਨਹੀਂ ਆਈ, ਅਤੇ ਸਵੇਰੇ ਉੱਠਦੇ ਹੀ ਉਹ ਉਸ ਬਾਜ਼ਾਰ ਦੇ ਵੱਲ ਚੱਲ ਪਿਆ ਜਿੱਥੇ ਉਸ ਦੁਕਾਨਦਾਰ ਦੀ ਦੁਕਾਨ ਸੀ। ਉੱਥੇ ਪਹੁੰਚਣ ਤੋਂ ਬਾਅਦ ਉਸ ਮੰਤਰੀ ਨੇ ਆਲੇ ਦੁਆਲੇ ਦੇ ਲੋਕਾਂ ਤੋਂ ਉਸ ਦੁਕਾਨਦਾਰ ਦੇ ਬਾਰੇ ਵਿੱਚ ਪੁੱਛਣਾ ਸ਼ੁਰੂ ਕੀਤਾ। ਕਾਫੀ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਮੰਤਰੀ ਨੂੰ ਪਤਾ ਲੱਗਾ ਕਿ ਉਹ ਦੁਕਾਨਦਾਰ ਅਕਸਰ ਕਿਸੇ ਨਾਲ ਗੱਲ ਨਹੀਂ ਕਰਦਾ। ਉਹ ਹਮੇਸ਼ਾ ਚੁੱਪਚਾਪ ਰਹਿੰਦਾ ਹੈ, ਅਤੇ ਇਦਾਂ ਲੱਗਦਾ ਹੈ ਕਿ ਉਹ ਬਹੁਤ ਦੁਖੀ ਹੈ। ਲੋਕਾਂ ਤੋਂ ਦੁਕਾਨਦਾਰ ਦੇ ਬਾਰੇ ਵਿੱਚ ਇਹ ਸਭ ਸੁਣਨ ਤੋਂ ਬਾਅਦ ਉਹ ਮੰਤਰੀ ਉਸ ਦੁਕਾਨਦਾਰ ਦੇ ਕੋਲ ਜਾਂਦਾ ਹੈ ਅਤੇ ਉਸ ਤੋਂ ਪੁੱਛਦਾ ਹੈ ਕਿ ਤੂੰ ਇੰਨਾ ਦੁਖੀ ਕਿਉਂ ਰਹਿੰਦਾ ਹੈ? ਇਹ ਸੁਣ ਕੇ ਉਹ ਕਹਿੰਦਾ ਹੈ ਕਿ ਹਾਂ, ਮੈਂ ਅਕਸਰ ਬਹੁਤ ਦੁਖੀ ਰਹਿੰਦਾ ਹਾਂ। ਮੈਂ ਚੰਦਨ ਦੀਆਂ ਲੱਕੜਾਂ ਵੇਚਦਾ ਹਾਂ। ਲੋਕ ਮੇਰੀ ਦੁਕਾਨ ਤੇ ਆਉਂਦੇ ਹਨ, ਇਹਨਾਂ ਲੱਕੜਾਂ ਨੂੰ ਦੇਖਦੇ ਹਨ, ਇਹਨਾਂ ਦੀ ਤਾਰੀਫ ਵੀ ਕਰਦੇ ਹਨ, ਪਰ ਮੇਰੀ ਦੁਕਾਨ ਦੀਆਂ ਇਹਨਾਂ ਲੱਕੜਾਂ ਨੂੰ ਕੋਈ ਖਰੀਦਦਾ ਨਹੀਂ। ਇਸੇ ਲਈ ਮੈਨੂੰ ਇਸ ਵਪਾਰ ਵਿੱਚ ਘਾਟਾ ਹੀ ਘਾਟਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਮੈਂ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਤੇ ਅਕਸਰ ਦੁਖੀ ਹੀ ਰਹਿੰਦਾ ਹਾਂ। ਇਹ ਸੁਣਨ ਤੋਂ ਬਾਅਦ ਵੀ ਮੰਤਰੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਰਾਜੇ ਦੇ ਮਨ ਵਿੱਚ ਇਸ ਨੂੰ ਫਾਂਸੀ ਦੇਣ ਦਾ ਖਿਆਲ ਕਿਉਂ ਆਇਆ। ਇਸ ਤੋਂ ਬਾਅਦ ਮੰਤਰੀ ਉਸ ਦੁਕਾਨਦਾਰ ਤੋਂ ਪੁੱਛਦਾ ਹੈ ਕਿ ਮੰਨ ਲਓ ਜੇ ਤੇਰੀ ਦੁਕਾਨ ਦੀ ਕੋਈ ਵੀ ਲੱਕੜ ਨਾ ਵਿਕੇ ਤਾਂ ਤੂੰ ਕੀ ਕਰੇਗਾ? ਇਹ ਸੁਣ ਕੇ ਦੁਕਾਨਦਾਰ ਗੁੱਸੇ ਵਿੱਚ ਕਹਿੰਦਾ ਹੈ
कि फिर मैं इस राज दे राजे दे मरण ਦਾ ਇੰਤਜ਼ਾਰ ਕਰਾਂਗਾ। ਜਦੋਂ ਉਹ ਮਰੂਗਾ ਤਾਂ ਉਸ ਦੇ ਦਾਹ ਸੰਸਕਾਰ ਲਈ ਮੈਂ ਆਪਣੀਆਂ ਸਾਰੀਆਂ ਚੰਦਨ ਦੀਆਂ ਲੱਕੜਾਂ ਦੇ ਦੇਵਾਂਗਾ, ਜਿਸ ਨਾਲ ਦੂਸਰੇ ਰਾਜ ਦੇ ਲੋਕਾਂ ਨੂੰ ਵੀ ਮੇਰੀਆਂ ਚੰਦਨ ਦੀਆਂ ਲੱਕੜਾਂ ਦੇ ਬਾਰੇ ਵਿੱਚ ਪਤਾ ਲੱਗ ਜਾਵੇਗਾ ਅਤੇ ਉਹਨਾਂ ਰਾਜਾਂ ਦੇ ਲੋਕ ਮੇਰੀਆਂ ਲੱਕੜਾਂ ਖਰੀਦਣ ਦੇ ਲਈ ਆਇਆ ਕਰਨਗੇ। ਇਹ ਸੁਣਦੇ ਹੀ ਮੰਤਰੀ ਸਮਝ ਗਿਆ ਕਿ ਆਖਰ ਰਾਜੇ ਦੇ ਮਨ ਵਿੱਚ ਉਹ ਖਿਆਲ ਕਿਉਂ ਆਇਆ ਸੀ। ਉਸ ਦੀ ਦੁਕਾਨ 'ਚੋਂ ਜਾਣ ਤੋਂ ਪਹਿਲਾਂ ਮੰਤਰੀ ਉਸ ਤੋਂ ਕੁਝ ਲੱਕੜਾਂ ਖਰੀਦ ਲੈਂਦਾ ਹੈ ਅਤੇ ਬਦਲੇ ਵਿੱਚ ਉਸ ਨੂੰ ਕੁਝ ਪੈਸੇ ਦੇ ਦਿੰਦਾ ਹੈ, ਜਿਸ ਨਾਲ ਉਹ ਦੁਕਾਨਦਾਰ ਖੁਸ਼ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹ ਲੱਕੜਾਂ ਲੈ ਕੇ ਮੰਤਰੀ ਮਹਿਲ ਵਿੱਚ ਆਉਂਦਾ ਹੈ ਅਤੇ ਉਹ ਲੱਕੜਾਂ ਰਾਜੇ ਨੂੰ ਭੇਂਟ ਕਰਦੇ ਹੋਏ ਕਹਿੰਦਾ ਹੈ ਕਿ ਮਹਾਰਾਜ, ਤੁਸੀਂ ਜਿਸ ਦੁਕਾਨਦਾਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਗੱਲ ਕਰ ਰਹੇ ਸੀ, ਉਸਨੇ ਤੁਹਾਡੇ ਲਈ ਇਹ ਚੰਦਨ ਦੀਆਂ ਲੱਕੜਾਂ ਭੇਂਟਾਂ ਦੇ ਰੂਪ ਵਿੱਚ ਭੇਜੀਆਂ ਹਨ। ਇਹ ਸੁਣਨ ਤੋਂ ਬਾਅਦ ਰਾਜੇ ਨੇ ਉਹਨਾਂ ਲੱਕੜਾਂ ਦਾ ਨਿਰੀਖਣ ਕੀਤਾ। ਰਾਜੇ ਨੇ ਲੱਕੜਾਂ ਦੇ ਕੋਲ ਜਾ ਕੇ ਉਹਨਾਂ ਨੂੰ ਸੁੰਘਣਾ ਸ਼ੁਰੂ ਕੀਤਾ ਅਤੇ ਉਹਨਾਂ ਦੀ ਖੁਸ਼ਬੂ ਨਾਲ ਰਾਜਾ ਮਦਹੋਸ਼ ਹੋ ਗਿਆ। ਉਸ ਨੂੰ ਇਹ ਖੁਸ਼ਬੂ ਬਹੁਤ ਪਸੰਦ ਆਈ। ਇਸ ਨਾਲ ਉਹ ਰਾਜਾ ਇੰਨਾ ਪ੍ਰਸੰਨ ਹੋ ਗਿਆ ਕਿ ਉਸਨੇ ਆਪਣੇ ਮੰਤਰੀ ਨੂੰ ਕੁਝ ਸੋਨੇ ਦੇ ਸਿੱਕੇ ਦਿੰਦੇ ਹੋਏ ਕਿਹਾ ਕਿ ਇਹ ਸਿੱਕੇ ਤੂੰ ਉਸ ਦੁਕਾਨਦਾਰ ਨੂੰ ਭੇਂਟ ਕਰ ਦੇਈਂ ਅਤੇ ਉਸ ਨੂੰ ਕਹੀਂ ਕਿ ਜਦੋਂ ਵੀ ਸਾਡੇ ਰਾਜ ਮਹਿਲ ਵਿੱਚ ਚੰਦਨ ਦੀਆਂ ਲੱਕੜਾਂ ਦੀ ਜ਼ਰੂਰਤ ਹੋਵੇਗੀ ਤਾਂ ਉਸ ਦੀ ਦੁਕਾਨ ਤੋਂ ਹੀ ਲੱਕੜੀਆਂ ਖਰੀਦੀਆਂ ਜਾਣਗੀਆਂ। ਸੋਨੇ ਦੇ ਸਿੱਕੇ ਲੈ ਕੇ ਮੰਤਰੀ ਖੁਸ਼ੀ-ਖੁਸ਼ੀ ਰਾਜ ਮਹਿਲ ਤੋਂ ਰਵਾਨਾ ਹੋ ਜਾਂਦਾ ਹੈ। ਉਹ ਇਹ ਸੋਚ ਕੇ ਖੁਸ਼ ਹੋ ਰਿਹਾ ਸੀ ਕਿ ਰਾਜੇ ਦੇ ਮਨ ਦਾ ਖਿਆਲ ਹੁਣ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਰਾਜੇ ਦੇ ਮਨ ਵਿੱਚ ਉਸ ਦੁਕਾਨਦਾਰ ਨੂੰ ਫਾਂਸੀ ਦੇਣ ਦਾ ਖਿਆਲ ਕਦੇ ਨਹੀਂ ਆਵੇਗਾ ਅਤੇ ਇਹੀ ਸੋਚਦੇ ਉਹ ਮੰਤਰੀ ਉਸ ਦੁਕਾਨਦਾਰ ਦੀ ਦੁਕਾਨ ਤੇ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਸੋਨੇ ਦੇ ਸਿੱਕੇ ਦਿੰਦੇ ਹੋਏ ਕਹਿੰਦਾ ਹੈ ਕਿ ਇਹ ਸੋਨੇ ਦੇ ਸਿੱਕੇ ਰਾਜੇ ਨੇ ਤੁਹਾਡੇ ਲਈ ਭੇਂਟ ਦੇ ਰੂਪ ਵਿੱਚ ਭੇਜੇ ਹਨ। ਉਹਨਾਂ ਨੂੰ ਤੁਹਾਡੀਆਂ ਚੰਦਨ ਦੀਆਂ ਲੱਕੜਾਂ ਬਹੁਤ ਪਸੰਦ ਆਈਆਂ ਅਤੇ ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਰਾਜੇ ਦਾ ਮੰਤਰੀ ਹਾਂ। ਪਹਿਲਾਂ ਤਾਂ ਇਹ ਸੁਣ ਕੇ ਦੁਕਾਨਦਾਰ ਘਬਰਾ ਜਾਂਦਾ ਹੈ ਕਿਉਂਕਿ ਉਸਨੇ ਰਾਜੇ ਦੇ ਮਰਨ ਦੀ ਦੁਆ ਕੀਤੀ ਸੀ। ਉਸਨੇ ਸੋਚਿਆ ਕਿ ਕਿਤੇ ਮੰਤਰੀ ਨੇ ਰਾਜੇ ਨੂੰ ਇਹ ਗੱਲ ਦੱਸ ਨਾ ਦਿੱਤੀ ਹੋਵੇ, ਪਰ ਮੰਤਰੀ ਨੇ ਉਸ ਦੇ ਮਨ ਦੀ ਗੱਲ ਭਾਂਪ ਲਈ ਸੀ ਅਤੇ ਉਸਨੇ ਉਸ ਨੂੰ ਤਸੱਲੀ ਦਿੱਤੀ ਕਿ ਉਸਨੇ ਰਾਜੇ ਨੂੰ ਕੁਝ ਵੀ ਨਹੀਂ ਦੱਸਿਆ ਹੈ। ਇਹ ਸੁਣਨ ਤੋਂ ਬਾਅਦ ਦੁਕਾਨਦਾਰ ਬਹੁਤ ਸ਼ਰਮਿੰਦਾ ਹੁੰਦਾ ਹੈ। ਉਹ ਮੰਤਰੀ ਤੋਂ ਮਾਫੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਸਾਡਾ ਰਾਜਾ ਬਹੁਤ ਚੰਗਾ ਹੈ। ਮੈਂ ਉਹਨਾਂ ਦੀ ਲੰਬੀ ਉਮਰ ਦੇ ਲਈ ਪਰਮਾਤਮਾ ਅੱਗੇ ਦੁਆ ਕਰਾਂਗਾ। ਇਹ ਕਹਾਣੀ ਸੁਣਾਉਣ ਤੋਂ ਬਾਅਦ ਗੌਤਮ ਬੁੱਧ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਹੁਣ ਦੱਸੋ ਕਿ ਕਰਮ ਕੀ ਹਨ। ਇਸ ਦਾ ਉੱਤਰ ਦਿੰਦੇ ਹੋਏ ਕਿਸੇ ਚੇਲੇ ਨੇ ਕਿਹਾ ਕਿ ਕਰਮ ਸੋਚ ਹੈ, ਕਿਸੇ ਨੇ ਕਿਹਾ ਕਿ ਕਰਮ ਭਾਵ ਹੈ, ਕਿਸੇ ਨੇ ਕਿਹਾ ਕਿ ਕਰਮ ਉਹ ਹੈ ਜੋ ਅਸੀਂ ਕਰਦੇ ਹਾਂ। ਇਹ ਸਭ ਸੁਣਨ ਤੋਂ ਬਾਅਦ ਗੌਤਮ ਬੁੱਧ ਨੇ ਦੱਸਿਆ ਕਿ ਸਾਡੇ ਵਿਚਾਰ ਹੀ ਸਾਡੇ ਕਰਮ ਹੁੰਦੇ ਹਨ। ਸਾਡੇ ਮਨ ਵਿੱਚ ਜਿਹੋ ਜਿਹੇ ਵਿਚਾਰ ਆਉਣਗੇ ਅਸੀਂ ਉਸੇ ਤਰ੍ਹਾਂ ਦੇ ਕਰਮ ਕਰਾਂਗੇ। ਅਕਸਰ ਅਸੀਂ ਕਿਸੇ ਆਦਮੀ ਦੇ ਕਿਰਿਆ ਕਰਨ ਤੋਂ ਇਹ ਤਾਂ ਜਾਣ ਲੈਂਦੇ ਹਾਂ ਕਿ ਉਸ ਦੇ ਕਰਮ ਕਿਹੋ ਜਿਹੇ ਹਨ, ਪਰ ਅਸੀਂ ਕਦੇ ਇਹ ਅਨੁਮਾਨ ਨਹੀਂ ਲਗਾ ਪਾਉਂਦੇ ਕਿ ਉਹ ਜਿਹੜੇ ਕਰਮ ਕਰ ਰਿਹਾ ਹੈ ਉਹ ਉਸ ਦੇ ਵਿਚਾਰ ਦਾ ਹੀ ਨਤੀਜਾ ਹਨ। ਇਹ ਕਰਮ ਕਰਨ ਤੋਂ ਪਹਿਲਾਂ ਉਸ ਦੇ ਮਨ ਵਿੱਚ ਇਹ ਕਰਮ ਕਰਨ ਦਾ ਵਿਚਾਰ ਆਇਆ ਹੋਵੇਗਾ ਅਤੇ ਉਸੇ ਤੋਂ ਬਾਅਦ ਉਸਨੇ ਉਹ ਕਰਮ ਕੀਤਾ ਹੋਵੇਗਾ। ਅਸੀਂ ਵੀ ਜਦੋਂ ਅਕਸਰ ਕਰਮ ਕਰਦੇ ਹਾਂ ਤਾਂ ਅਸੀਂ ਸਰੀਰਕ ਰੂਪ ਤੋਂ ਹੀ ਕਰਮ ਦਾ ਆਂਕਲਨ ਕਰਦੇ ਹਾਂ। ਅਸੀਂ ਕਦੇ ਵੀ ਆਪਣੇ ਵਿਚਾਰਾਂ ਦਾ ਨਿਰੀਖਣ ਨਹੀਂ ਕਰਦੇ ਕਿ ਉਸ ਕਰਮ ਨੂੰ ਕਰਨ ਦੇ ਲਈ ਸਾਡੇ ਵਿਚਾਰ ਕਿਵੇਂ ਪੈਦਾ ਹੋ ਰਹੇ ਹਨ ਅਤੇ ਅਸੀਂ ਜਿਹੋ ਜਿਹੇ ਕਰਮ ਕਰਦੇ ਹਾਂ ਸਾਨੂੰ ਉਸ ਦਾ ਫਲ ਵੀ ਉਸੇ ਤਰ੍ਹਾਂ ਦਾ ਹੀ ਮਿਲਦਾ ਹੈ ਅਤੇ ਉਹ ਸਾਨੂੰ ਉਸੇ ਵੇਲੇ ਮਿਲਦਾ ਹੈ। ਕੁਝ ਲੋਕ ਸੋਚਦੇ ਹਨ ਕਿ ਜੇਕਰ ਕੋਈ ਬੁਰੇ ਕਰਮ ਕਰ ਰਿਹਾ ਹੈ ਤਾਂ ਉਸ ਨੂੰ ਉਸ ਦਾ ਫਲ ਅਗਲੇ ਜਨਮ ਵਿੱਚ ਭੁਗਤਣਾ ਪਏਗਾ, ਪਰ ਇਹ ਧਾਰਨਾ ਬਿਲਕੁਲ ਗਲਤ ਹੈ। ਪਰਮਾਤਮਾ ਕੋਈ ਅਜਿਹੀ ਵਿਵਸਥਾ ਬਣਾ ਹੀ ਨਹੀਂ ਸਕਦਾ
ਜਿਸ ਨਾਲ ਸਾਨੂੰ ਸਾਡੇ ਪਿਛਲੇ ਜਨਮਾਂ ਦੇ ਕਰਮ ਇਸ ਜਨਮ ਵਿੱਚ ਭੋਗਣੇ ਪੈਣ। ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਸਾਨੂੰ ਸਾਡੇ ਕਰਮਾਂ ਦਾ ਫਲ ਉਸੇ ਵੇਲੇ ਮਿਲਦਾ ਹੈ ਤਾਂ ਸਾਨੂੰ ਪਤਾ ਕਿਉਂ ਨਹੀਂ ਲੱਗਦਾ। ਜੇਕਰ ਤੁਸੀਂ ਨੇ ਕਦੇ ਗੌਰ ਕੀਤੀ ਹੋਵੇ ਜਾਂ ਧਿਆਨ ਦਿੱਤਾ ਹੋਵੇ, ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਹਾਡਾ ਮਨ ਕਿੰਨਾ ਅਸ਼ਾਂਤ ਹੋ ਜਾਂਦਾ ਹੈ, ਤੁਹਾਡੇ ਵਿਚਾਰਾਂ ਵਿੱਚ ਕਿੰਨੀ ਖਲਬਲੀ ਮਚ ਜਾਂਦੀ ਹੈ, ਜਿਸ ਦੇ ਕਾਰਨ ਤੁਹਾਨੂੰ ਸਰੀਰਕ ਅਤੇ ਮਾਨਸਿਕ ਰੂਪ ਤੋਂ ਕਿੰਨੀ ਤਕਲੀਫ ਸਹਿਣੀ ਪੈਂਦੀ ਹੈ। ਆਦਮੀ ਕਰਦਾ ਤਾਂ ਗੁੱਸਾ ਕਿਸੇ ਦੂਸਰੇ ਤੇ ਹੈ, ਪਰ ਤਕਲੀਫ ਉਹ ਖੁਦ ਸਹਿੰਦਾ ਹੈ। ਇਸੇ ਤਰ੍ਹਾਂ ਜੇ ਕੋਈ ਆਦਮੀ ਚੰਗਾ ਕੰਮ ਕਰਦਾ ਹੈ, ਦਾਨ ਦਕਸ਼ਨਾ ਦਿੰਦਾ ਹੈ ਜਾਂ ਦੂਸਰਿਆਂ ਦੀ ਮਦਦ ਕਰਦਾ ਹੈ ਤਾਂ ਉਸੇ ਵੇਲੇ ਉਸ ਦੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ, ਉਸ ਦੇ ਮਨ ਨੂੰ ਕਿੰਨਾ ਆਨੰਦ ਪ੍ਰਾਪਤ ਹੁੰਦਾ ਹੈ। ਅਤੇ ਇਹ ਠੀਕ ਉਸੇ ਸਮੇਂ ਹੁੰਦਾ ਹੈ ਜਦੋਂ ਉਹ ਕਰਮ ਕਰ ਰਿਹਾ ਹੁੰਦਾ ਹੈ। ਕਰਮ ਕਰਨ ਤੋਂ ਬਾਅਦ ਜਾਂ ਕਰਮ ਕਰਨ ਤੋਂ ਪਹਿਲਾਂ ਸਾਨੂੰ ਉਸ ਕਰਮ ਦਾ ਫਲ ਨਹੀਂ ਮਿਲ ਰਿਹਾ ਸੀ। ਇਹ ਕਰਮ ਦਾ ਫਲ ਸਾਨੂੰ ਕਰਮ ਕਰਨ ਦੇ ਸਮੇਂ ਹੀ ਮਿਲ ਰਿਹਾ ਸੀ। ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਜੋ ਵੀ ਕਿਰਿਆ ਅਸੀਂ ਕਰਾਂਗੇ ਉਸ ਦੀ ਪ੍ਰਤੀਕਿਰਿਆ ਵੀ ਉਸੇ ਸਮੇਂ ਹੋਵੇਗੀ। ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਕੋਈ ਗੇਂਦ ਕੰਧ ਨਾਲ ਮਾਰਦੇ ਹਾਂ ਤਾਂ ਉਹ ਕੰਧ ਨਾਲ ਵੱਜ ਕੇ ਸਾਡੇ ਕੋਲ ਵਾਪਸ ਆਉਂਦੀ ਹੈ। ਗੇਂਦ ਦਾ ਸੁੱਟਣਾ ਅਤੇ ਫਿਰ ਕੰਧ ਨਾਲ ਵੱਜ ਕੇ ਵਾਪਸ ਆਉਣਾ, ਇਹ ਉਸੇ ਵੇਲੇ ਹੋਇਆ ਸੀ ਜਦੋਂ ਅਸੀਂ ਨੇ ਗੇਂਦ ਸੁੱਟੀ ਸੀ। ਅਜਿਹਾ ਨਹੀਂ ਹੋਇਆ ਕਿ ਅਸੀਂ ਅੱਜ ਗੇਂਦ ਸੁੱਟੀ ਅਤੇ ਉਹ ਵੱਜ ਕੇ ਕੱਲ ਨੂੰ ਸਾਡੇ ਕੋਲ ਆ ਰਹੀ ਹੈ। ਇਸੇ ਤਰ੍ਹਾਂ ਜਿਸ ਸਮੇਂ ਅਸੀਂ ਕਰਮ ਕਰਦੇ ਹਾਂ ਉਸ ਦੀ ਪ੍ਰਤੀਕਿਰਿਆ ਵੀ ਉਸੇ ਸਮੇਂ ਹੁੰਦੀ ਹੈ। ਬਸ ਸਾਡੀ ਸੋਹਣੀ ਸੋਚ ਅਤੇ ਸੁਣੀਆਂ ਸੁਣਾਈਆਂ ਗੱਲਾਂ ਦੇ ਕਾਰਨ ਸਾਨੂੰ ਲੱਗਦਾ ਹੈ ਕਿ ਸਾਨੂੰ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਇਸ ਜਨਮ ਵਿੱਚ ਭੋਗਣਾ ਪੈ ਰਿਹਾ ਹੈ। ਹੁਣ ਤੁਸੀਂ ਇਹ ਸਵਾਲ ਕਰ ਸਕਦੇ ਹੋ ਕਿ ਕੁਝ ਲੋਕ ਆਪਣੇ ਜੀਵਨ ਵਿੱਚ ਹਮੇਸ਼ਾ ਚੰਗੇ ਕੰਮ ਕਰਦੇ ਹਨ, ਪਰ ਫਿਰ ਵੀ ਉਹਨਾਂ ਦਾ ਜੀਵਨ ਠੀਕ ਨਹੀਂ ਚੱਲਦਾ। ਉਹਨਾਂ ਨੇ ਕੋਈ ਬੁਰਾ ਕੰਮ ਨਹੀਂ ਕੀਤਾ ਹੁੰਦਾ, ਫਿਰ ਵੀ ਦੁੱਖ ਉਹਨਾਂ ਦੇ ਜੀਵਨ ਵਿੱਚ ਆਉਂਦੇ ਰਹਿੰਦੇ ਹਨ। ਅਜਿਹਾ ਕਿਉਂ ਹੁੰਦਾ ਹੈ? ਤਾਂ ਫਿਰ ਇਸ ਗੱਲ ਨੂੰ ਵੀ ਸਮਝ ਲੈਣਾ ਜ਼ਰੂਰੀ ਹੈ। ਜਦੋਂ ਵੀ ਅਸੀਂ ਵਾਰ-ਵਾਰ ਇੱਕ ਹੀ ਤਰ੍ਹਾਂ ਦੇ ਕੰਮ ਕਰਦੇ ਹਾਂ ਤਾਂ ਉਹ ਸਾਡੇ ਸੰਸਕਾਰ ਬਣ ਜਾਂਦੇ ਹਨ ਅਤੇ ਸਾਡੇ ਸੰਸਕਾਰ ਸਾਡੀ ਆਤਮਾ ਨਾਲ ਚਿਪਕ ਜਾਂਦੇ ਹਨ। ਅਸੀਂ ਮਰਨ ਤੋਂ ਬਾਅਦ ਆਪਣਾ ਸਰੀਰ ਤਾਂ ਛੱਡ ਦਿੰਦੇ ਹਾਂ, ਪਰ ਜਿਹੜੇ ਸੰਸਕਾਰ ਅਸੀਂ ਨੇ ਧਾਰਨ ਕਰ ਲਏ ਹੁੰਦੇ ਹਨ ਉਹ ਸਾਡੇ ਨਾਲ ਜੁੜੇ ਰਹਿ ਜਾਂਦੇ ਹਨ ਅਤੇ ਜਦੋਂ ਅਸੀਂ ਕੋਈ ਅਗਲਾ ਜਨਮ ਲੈਂਦੇ ਹਾਂ ਤਾਂ ਉਹੀ ਸੰਸਕਾਰ ਸਾਡੇ ਨਾਲ ਜਨਮ ਲੈਂਦੇ ਹਨ। ਇਸੇ ਲਈ ਦੋ ਬੱਚਿਆਂ ਦੇ ਸੋਚਣ ਵਿੱਚ ਤੇ ਉਹਨਾਂ ਦੇ ਕਰਮ ਕਰਨ ਵਿੱਚ ਬਹੁਤ ਅੰਤਰ ਹੁੰਦਾ ਹੈ। ਹਾਲਾਂਕਿ ਇਹ ਸੋਚਣ ਵਾਲੀ ਗੱਲ ਹੈ ਕਿ ਪੈਦਾ ਹੁੰਦੇ ਹੀ ਉਹਨਾਂ ਨੇ ਕੁਝ ਵੀ ਨਹੀਂ ਸਿੱਖਿਆ, ਪਰ ਫਿਰ ਵੀ ਦੋਵੇਂ ਬੱਚੇ ਅਲੱਗ-ਅਲੱਗ ਤਰੀਕੇ ਨਾਲ ਕੰਮ ਕਿਉਂ ਕਰਦੇ ਹਨ? ਅਸਲ ਵਿੱਚ ਉਹਨਾਂ ਦੋਵਾਂ ਬੱਚਿਆਂ ਦੇ ਅਲੱਗ-ਅਲੱਗ ਸੰਸਕਾਰ ਹੁੰਦੇ ਹਨ ਜਿਹੜੇ ਉਹਨਾਂ ਤੋਂ ਅਲੱਗ-ਅਲੱਗ ਤਰ੍ਹਾਂ ਦੇ ਕਰਮ ਕਰਵਾਉਂਦੇ ਹਨ। ਕੋਈ ਬੱਚਾ ਪੈਦਾ ਹੁੰਦੇ ਹੀ ਗੁੱਸੈਲ ਪੈਦਾ ਹੁੰਦਾ ਹੈ ਅਤੇ ਕੋਈ ਸ਼ਾਂਤ ਪ੍ਰਵਿਰਤੀ ਦਾ ਪੈਦਾ ਹੁੰਦਾ ਹੈ। ਇਹ ਸਭ ਉਹਨਾਂ ਦੇ ਪਿਛਲੇ ਜਨਮਾਂ ਦੇ ਸੰਸਕਾਰ ਹੁੰਦੇ ਹਨ। ਇਸੇ ਲਈ ਜਿਹੋ ਜਿਹੇ ਸੰਸਕਾਰ ਅਸੀਂ ਧਾਰਨ ਕਰਦੇ ਹਾਂ ਉਹੀ ਸੰਸਕਾਰ ਸਾਡੇ ਨਾਲ-ਨਾਲ ਚੱਲਦੇ ਰਹਿੰਦੇ ਹਨ, ਜਿਨ੍ਹਾਂ ਨੂੰ ਅਸੀਂ ਪਿਛਲੇ ਜਨਮਾਂ ਦੇ ਕਰਮ ਕਹਿ ਦਿੰਦੇ ਹਾਂ। ਧੰਨਵਾਦ।